ਇਸ ਵੇਲੇ ਜਿਹੜੇ ਬੇਔਲਾਦ ਜੋੜਿਆਂ ਦਾ ਔਲਾਦ ਨਾ ਹੋਣ ਦਾ ਜਾਂ ਅਸੀਂ ਇਹ ਕਹਿ ਲਈਏ ਕਿ ਸਭ ਤੋਂ ਵੱਡਾ ਕਾਰਨ ਤੁਹਾਡੇ ਤਜਰਬੇ ਦੇ ਵਿੱਚੋਂ ਕੀ ਹੈ? ਬੜਾ ਰਿਵਾਜ ਚੱਲਿਆ ਹੋਇਆ ਟੈਸਟ ਟਿਊਬ ਬੇਬੀ ਦਾ ਸਾਹਿਲ ਜੀ। ਔਰਤਾਂ ਨੂੰ, ਲੇਡੀਜ਼ ਨੂੰ, ਲੜਕੀਆਂ ਨੂੰ ਤਾਨੇ ਵੱਜਦੇ ਆ ਕਿ ਤੇ ਤੂੰ ਪੇਕੇ ਘਰੋਂ ਹੀ ਆਪਣੀ ਕੁੱਖੀ ਏਦਾਂ ਦੀ ਲੈ ਕੇ ਆਈ ਹੈ, ਠੀਕ ਹੈ, ਤੇਰੀ ਕੁੱਖੀ ਏਦਾਂ ਬਾਂਝ ਹੈ, ਤੂੰ ਔਲਾਦ ਨਹੀਂ ਦੇ ਪਾਉਂਦੀ। ਵਾਰ-ਵਾਰ ਇੱਕ ਘਰ ਦੇ ਵਿੱਚ ਧੀਆਂ ਜਨਮ ਲੈਂਦੀਆਂ ਨੇ ਤਾਂ ਉਸ ਕਰਕੇ ਉਹ ਔਰਤ ਦੀ ਜ਼ਿੰਦਗੀ ਹੈ ਜਿਹੜੇ ਪਰਿਵਾਰ ਵਾਲੇ, ਸਮਾਜ ਵਾਲੇ ਨਰਕ ਨਾਲੋਂ ਵੀ ਜ਼ਿਆਦਾ ਭੈੜੀ ਬਣਾ ਦਿੰਦੇ ਨੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਪਿਛਲੀ ਵਾਰ ਅਸੀਂ ਤੁਹਾਡੀ ਮੁਲਾਕਾਤ ਹੈ ਜਿਹੜੀ ਅੰਮ੍ਰਿਤਸਰ ਦੇ ਗੁਰੂ ਚੇਲੇ ਨਾਲ ਕਰਵਾਈ ਸੀ, ਜਿਹੜੇ ਕਿ ਕੁਦਰਤ ਦੀ ਗੋਦ ਦੇ ਵਿੱਚ ਜਾ ਕੇ ਇਲਾਜ ਨੇ ਵੱਖ-ਵੱਖ ਬਿਮਾਰੀਆਂ ਦਾ ਕਰਦੇ ਨੇ, ਖਾਸ ਕਰਕੇ ਸਰੀਰ ਦੇ ਵਿੱਚ ਆਈ ਕਮਜ਼ੋਰੀ ਦਾ। ਇਸੇ ਗੱਲਬਾਤ ਦੇ ਦੌਰਾਨ ਇੱਕ ਟੌਪਿਕ ਵਿੱਚੋਂ ਨਿਕਲਿਆ ਸੀ, ਇੱਕ ਸਵਾਲ ਆਇਆ ਸੀ ਬੇਔਲਾਦ ਜੋੜਿਆਂ ਦਾ, ਕਿ ਉਹ ਬੇਔਲਾਦਪਨ ਦਾ ਕਾਰਨ ਕੀ ਹੈ। ਅਜਿਹੇ ਜਿਹੇ ਵਿੱਚ ਬਹੁਤ ਜ਼ਿਆਦਾ ਸਵਾਲ ਨੇ ਜਿਹੜੇ ਉਹ ਇਸ ਮੁੱਦੇ ਦੇ ਰਿਲੇਟਡ, ਇਸ ਮਾਮਲੇ ਦੇ ਰਿਲੇਟਡ, ਇਸ ਟੌਪਿਕ ਦੇ ਉੱਤੇ ਆਏ। ਵੈਦ ਜੀ ਹੋਰਾਂ ਦਾ ਵੀ ਕਹਿਣਾ ਕਿ ਬਹੁਤ ਫੋਨ ਕਾਲਸ ਉਹਨਾਂ ਨੂੰ ਆਏ ਤੇ ਉਸ ਤੋਂ ਬਾਅਦ ਵੱਖ-ਵੱਖ ਬਿਮਾਰੀਆਂ, ਵੱਖ-ਵੱਖ ਤਰੀਕਿਆਂ ਨਾਲ ਜਿਹੜੇ ਕੀ ਢੰਗ ਹੈਗੇ, ਕੀ ਕਾਰਨ ਹੈਗੇ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੀ ਬਾਂਝਪਣ ਤੋਂ ਔਰਤਾਂ ਛੁਟਕਾਰਾ ਪਾ ਸਕਦੀਆਂ ਨੇ, ਔਰ ਮਰਦ ਨੇ ਜਿਹੜੇ ਕਿਸ ਤਰੀਕੇ ਨਾਲ ਅਗਰ ਇਦਾਂ ਦੀ ਕੋਈ ਸਮੱਸਿਆ ਉਹਨਾਂ ਨੂੰ ਹੈ ਤਾਂ ਕਿਵੇਂ ਠੀਕ ਹੋ ਸਕਦੀ ਹੈ। ਇਸ ਬਾਬਤ ਗੱਲਬਾਤ ਕਰਨ ਲਈ ਇੱਕ ਵਾਰ ਫਿਰ ਤੋਂ ਅਸੀਂ ਪਹੁੰਚੇ ਵੈਦ ਸੁਰਿੰਦਰ ਜੀ ਹੋਰਾਂ ਕੋਲ, ਜਿਹੜੇ ਕਿ ਗੁਰੂ ਨੇ, ਔਰ ਸਾਹਿਲ ਜੀ ਜਿਹੜੇ ਕਿ ਸਾਹਿਲ ਆਯੁਰਵੇਦਾ ਦੇ MD ਨੇ ਤੇ ਚੇਲੇ ਨੇ, ਜਿਹੜੇ ਕਿ ਇਸ ਵੇਲੇ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਇਹਨਾਂ ਦਾ ਪੂਰੀ ਚਰਚਾ ਹੋਈ ਹੈ। ਵੈਦ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਇਹੋ ਹੈ ਕਿ ਇਸ ਵੇਲੇ ਜਿਹੜੇ ਬੇਔਲਾਦ ਜੋੜਿਆਂ ਦਾ ਔਲਾਦ ਨਾ ਹੋਣ ਦਾ ਜਾਂ ਅਸੀਂ ਇਹ ਕਹਿ ਲਈਏ ਕਿ ਸਭ ਤੋਂ ਵੱਡਾ ਕਾਰਨ ਤੁਹਾਡੇ ਤਜਰਬੇ ਦੇ ਵਿੱਚੋਂ ਕੀ ਹੈ? ਰੁਕੀ ਸਾਹਿਬ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਅੱਜ ਮੇਰੇ ਕੋਲ ਆਏ ਔਰ ਇਸ ਕਰਕੇ ਆਏ ਕਿ ਵੀ ਜਿਹੜੇ ਹੈਗੇ ਆ ਮਰੀਜ਼ਾਂ ਨੂੰ ਹਾਂਜੀ ਦੱਸਣ ਦੇ, ਨੌਲੇਜ ਦੇਣ ਦੇ ਬਾਰੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਵਾਂ। ਹਾਂਜੀ, ਜੀ ਆਇਆਂ ਨੂੰ ਆਖਦਾ ਵਾਂ। ਦਰਸ਼ਕਾਂ ਨੂੰ ਵੀ ਬਹੁਤ ਬਹੁਤ ਮੇਰਾ ਨਮਸਕਾਰ ਜੀ। ਹਾਂਜੀ ਰੁਕੀ ਸਾਹਿਬ, ਤੁਹਾਡਾ ਜਿਹੜਾ ਪ੍ਰਸ਼ਨ ਹੈਗਾ ਵੇ ਉਹ ਜਿਹੜਾ ਹੈਗਾ ਨਵਯੁੱਕਾਂ ਦੇ ਨਾਲ ਰਿਲੇਟਡ ਹੈ ਵੀ ਅੱਜ ਕੱਲ੍ਹ ਯੁੱਕਾਂ ਦੇ ਵਿੱਚ ਇਹ ਬੇਔਲਾਦ ਦਾ ਪ੍ਰਸ਼ਨ ਕਿਉਂ ਉੱਠ ਰਿਹਾ। ਉਸ ਦਾ ਕਾਰਨ ਇਹ ਹੈ ਕਿ ਜਿਹੜੇ ਨੌਯੁਵਕ ਨੇ ਅੱਜ ਕੱਲ੍ਹ, ਉਹ ਇੱਕ ਤਾਂ ਡਾਈਟ ਅੱਛੀ ਨਹੀਂ ਲੈਂਦੇ, ਦੂਜਾ ਕੁਸੰਗਤੀ ਦੇ ਵਿੱਚ ਪਏ ਹੋਏ ਨੇ, ਤੀਸਰਾ ਇਹ ਹੈ ਕਿ ਨਸ਼ੇਖੋਰੀ ਬਹੁਤ ਕਰਦੇ ਨੇ। ਇੱਕ ਉਹਨਾਂ ਨੂੰ ਘਰ ਦੀ ਜਿਹੜੀ ਅੱਛੀ ਡਾਈਟ ਹੈ, ਦੁੱਧ, ਘਿਓ, ਮੱਖਣ, ਮਲਾਈ ਵਗੈਰਾ, ਉਹ ਜਾਂ ਤਾਂ ਉਹ ਖਾਂਦੇ ਨਹੀਂ, ਜਾਂ ਉਹਨਾਂ ਨੂੰ ਮਿਲਦਾ ਵੇ ਤੇ ਜਾਂ ਨਸ਼ਿਆਂ ਦੇ ਕਰਕੇ ਉਹਨਾਂ ਨੂੰ ਅਸਰ ਨਹੀਂ ਹੁੰਦਾ। ਤੀਸਰੀ ਇਹ ਗੱਲ ਹੈ, ਅਗਰ ਜਿਹੜੇ ਸਰੀਰ ਕਮਜ਼ੋਰ ਹੈ, ਉਹ ਕਈ ਇਕਨੋਮਿਕਲੀ ਕਈ ਆਦਮੀਆਂ ਦੀ ਜਿਹੜੀ ਹੈ ਪੋਜੀਸ਼ਨ ਵੀਕ ਹੁੰਦੀ ਹੈ, ਉਹ ਵਿਚਾਰੇ ਅਫੋਰਡ ਨਹੀਂ ਕਰ ਸਕਦੇ, ਜਿਸ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਆਂਤਰਿਕ ਕਮਜ਼ੋਰੀ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਉਹਨਾਂ ਦੇ ਸੀਮਨ ਦੇ ਵਿੱਚ ਘਾਟ, ਸਪਰਮੈਟੋਜ਼ੋਆ ਦੀ ਘਾਟ, ਟੈਸਟੋਸਟੈਰੋਨ ਦੀ ਘਾਟ, ਇਹ ਹਾਰਮੋਨ ਦੀ ਕਮੀ ਹੋਣ ਕਰਕੇ ਉਹਨਾਂ 'ਚ ਕਮਜ਼ੋਰੀ ਹੋ ਜਾਂਦੀ ਹੈ, ਜਿਸ ਕਰਕੇ ਉਹ ਇਸ ਜਿਹੜੀ ਹੈ ਵੰਸ਼ ਤੋਂ ਵੰਚਿਤ ਰਹਿ ਜਾਂਦੇ ਨੇ। ਮੈਂ ਉਹਨਾਂ ਨੂੰ ਇਹੋ ਹੀ ਰਿਕੁਐਸਟ ਔਰ ਮੇਰੀ ਸਲਾਹ ਵੇ ਕਿ ਉਹ ਅੱਛਾ ਖਾਣ ਪਾਣ ਆਪਣਾ ਠੀਕ ਰੱਖਣ, ਨਸ਼ੇਖੋਰੀ ਤੋਂ ਬਚਣ, ਆਪਣਾ ਘਰ ਦਾ ਸਾਦਾ ਭੋਜਨ, ਦੁੱਧ, ਘਿਓ, ਮੱਖਣ ਵੱਲ ਧਿਆਨ ਦੇਣ, ਹਾਂਜੀ, ਅੱਛਾ ਆਚਾਰ ਵਿਹਾਰ ਕਰਨ, ਅਤੇ ਕੋਈ ਇੱਦਾਂ ਦੀ ਤਕਲੀਫ ਨਹੀਂ ਹੈ ਕਿ ਜਿਹੜੀ ਨਾ ਠੀਕ ਹੋਵੇ। ਆਯੁਰਵੇਦ ਹਰ ਤਰ੍ਹਾਂ ਦੀ ਤਕਲੀਫ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ, ਉਹਦੇ ਵਿੱਚ ਨਾ ਅਸਫਲਤਾ ਨਾ ਹੀ ਅਸੰਭਵ ਵਾਲੀ ਕੋਈ ਚੀਜ਼ ਹੈਗੀ ਹੈ। ਜੀ ਤੁਹਾਡੇ ਨਾਲ ਗੱਲਬਾਤ ਅਸੀਂ ਜਾਰੀ ਰੱਖਾਂਗੇ। ਵੈਦ ਜੀ, ਸਾਡੇ ਨਾਲ ਸਾਹਿਲ ਜੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ। ਸਾਹਿਲ ਜੀ, ਤੁਹਾਡੇ ਕੋਲ ਇੱਥੇ ਆ ਕੇ ਨੌਜਵਾਨ ਯੰਗ ਨੇ ਬੜੀ ਖੁੱਲ੍ਹੇਪਨ ਨਾਲ ਤੁਹਾਡੇ ਨਾਲ ਗੱਲ ਕਰਦੇ ਨੇ, ਕਿਉਂਕਿ ਤੁਸੀਂ ਵੀ ਉਹਨਾਂ ਹੀ ਏਜ ਕੈਟਾਗਰੀ ਤੋਂ ਬਿਲੋਂਗਸ ਕਰਦੇ ਹੋ। ਕਈ ਵਾਰ ਵੈਦ ਜੀ ਤੋਂ ਝਿਜਕ ਵੀ ਜਾਂਦੇ ਨੇ, ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦੇ ਨੇ। ਕੀ ਆ ਕੇ ਦੱਸਦੇ ਨੇ, ਕਿਸ ਤਰੀਕੇ ਦਾ ਵਿਖਾਣ ਕਰਦੇ ਨੇ, ਕਿਹੋ ਜਿਹਾ ਉਹਨਾਂ ਦੀ ਸਮੱਸਿਆ ਹੁੰਦੀ ਹੈ? ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ, ਆਦਾਬ। ਅੱਜ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੂਕੀ ਸਾਹਿਬ। ਦੇਖੋ, ਜਿਹੜਾ ਟੌਪਿਕ ਤੁਸੀਂ ਦੱਸਿਆ ਕਿ ਲੋਕਾਂ ਦੇ ਕਮੈਂਟਸ ਆਏ ਸੀ ਕਿ ਬੇਔਲਾਦ ਉੱਤੇ ਵੀ ਤੁਸੀਂ ਵੀਡੀਓ ਬਣਾਓ, ਅਤੇ ਇਸ ਤਰ੍ਹਾਂ ਮੈਂ ਜਦੋਂ ਸ਼ਾਦੀ ਹੁੰਦੀ ਹੈ, ਸ਼ਾਦੀ ਨੂੰ 6 ਮਹੀਨੇ ਹੋ ਗਏ, ਸਾਲ ਹੋ ਗਏ, 2 ਸਾਲ ਹੋ ਗਏ, ਅਤੇ ਜਦੋਂ ਕਨਸੀਵ ਨਹੀਂ ਹੁੰਦਾ, ਅਤੇ ਜ਼ਿਆਦਾਤਰ ਔਰਤਾਂ ਨੂੰ, ਲੇਡੀਜ਼ ਨੂੰ, ਲੜਕੀਆਂ ਨੂੰ ਤਾਨੇ ਵੱਜਦੇ ਹੈ ਕਿ ਤੇ ਤੂੰ ਪੇਕੇ ਘਰੋਂ ਹੀ ਆਪਣੀ ਕੁੱਖੀ ਏਦਾਂ ਦੀ ਲੈ ਕੇ ਆਈ ਹੈ, ਠੀਕ ਹੈ, ਤੇਰੀ ਕੁੱਖੀ ਏਦਾਂ ਬਾਂਝ ਹੈ,
ਤੂੰ ਔਲਾਦ ਨਹੀਂ ਦੇ ਪਾਉਂਦੀ। ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਆਪਣੇ ਪਹਿਲੇ ਪੁੱਤਰ ਦੇ ਟੈਸਟ ਕਰਾਵਾਂ, ਕਿ ਪਹਿਲੇ ਆਪਣੇ ਮੈਂ ਪੁੱਤਰ ਦੇ ਟੈਸਟ ਕਰਾਵਾਂ ਕਿ ਉਹਦੀ ਸੀਮਨ ਦੇ ਵਿੱਚ ਕਿੰਨੀ ਪ੍ਰੋਡਕਸ਼ਨ, ਸੀਮਨ ਦੀ ਪ੍ਰੋਡਕਸ਼ਨ ਦੇਖੀਏ, ਡਾਕਟਰ ਨੂੰ ਜਾ ਕੇ ਦੱਸੀਏ ਮੋਟਾਈਲ ਕਿੰਨੀ, ਉਹਦੀ ਮੋਟਿਲਿਟੀ ਕਿੰਨੀ ਹੈ, ਸਪਰਮ ਕਾਊਂਟਿੰਗ ਕਿੰਨੀ ਹੈ, ਕਿ ਜਿਹਦੇ ਨਾਲ ਕਨਸੀਵ ਨਹੀਂ ਹੋ ਰਿਹਾ। ਉਹ ਜ਼ਿਆਦਾਤਰ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਤਾਨੇ ਵੱਜਦੇ ਨੇ, ਠੀਕ ਹੈ। ਉਹਨਾਂ 'ਚ ਵੀ ਫਲੋਪੀਨ ਟਿਊਬਸ ਦੀ ਕਈ ਡੈਡ ਹੁੰਦੀਆਂ, ਟਿਊਬਸ ਬੰਦ ਹੁੰਦੀਆਂ ਨੇ, ਉਹਦੇ 'ਚ ਵੀ ਬਲੋਕੇਜ ਹੁੰਦੀਆਂ, ਕਮੀ ਹੁੰਦੀ ਹੈ, ਕੋਈ ਆਪਣਾ ਪੀਰੀਅਡਸ ਦੀ ਕਮੀ ਹੁੰਦੀ ਹੈ, ਐਸੇ ਕਰ ਮੈਂਸਸ ਦੀ ਕਮੀ ਦੇ ਕਾਰਨ ਵੀ ਹੋਰ ਵੀ ਬੜਾ ਕੁਝ। ਪਰ ਜਿਹੜਾ ਪਹਿਲੇ ਸਭ ਤੋਂ ਪਹਿਲੇ ਫਸਟ ਆਫ ਆਲ ਪਹਿਲੇ ਜਿਹੜੇ ਮੇਲ ਦੇ ਸੀਮਨ ਦੀ ਰਿਪੋਰਟ ਕਰਵਾਉਣੀ ਚਾਹੀਦੀ ਹੈ। ਉਹਦੇ 'ਚ ਸਾਨੂੰ ਪਤਾ ਲੱਗੇਗਾ, ਸਾਰੇ ਪੈਰਾਮੀਟਰ ਦੇਖਣੇ ਪੈਂਦੇ ਆ ਕਿ ਕਿਹਦੇ 'ਚ ਕਮੀ ਹੈ, ਕਿਹਦੇ ਕਾਰਨ ਕਨਸੀਵ ਨਹੀਂ ਹੋ ਰਿਹਾ। ਤੁਹਾਡਾ ਤਜਰਬਾ ਕੀ ਕਹਿੰਦਾ, ਜ਼ਿਆਦਾਤਰ ਕਮੀ ਕਿਹਦੇ ਵਿੱਚ ਹੁੰਦੀ ਹੈ, ਲੇਡੀਜ਼ ਦੇ ਵਿੱਚ ਹੁੰਦੀ ਹੈ ਜਾਂ ਮਰਦਾਂ 'ਚ ਹੁੰਦੀ ਹੈ? ਬਹੁਤ ਜ਼ਿਆਦਾ ਮੈਨਸ ਵਿੱਚ ਵੀ ਬਹੁਤ ਪਾਈ ਜਾ ਰਹੀ ਹੈ, ਬਹੁਤ ਜ਼ਿਆਦਾ। ਹੁਣ ਕਾਰਨ, ਤੁਸੀਂ ਕਾਰਨ ਪੁੱਛਣਾ ਹੈ, ਕਾਰਨ ਇਹੋ ਹੀ ਹੈ ਜੀ ਕਿ ਅਸੀਂ ਉਮਰ ਤੋਂ ਪਹਿਲੇ ਗਰਾਊਂਡ 'ਚ ਜਦੋਂ ਕ੍ਰਿਕਟਰ ਜਾਂਦਾ ਨਾ ਖੇਡਣ, ਉਹ ਪ੍ਰੈਕਟਿਸ ਕਰੀ ਜਾਂਦਾ, ਜਦੋਂ ਗਰਾਊਂਡ 'ਚ ਜਾਂਦਾ ਉਦੋਂ ਉਹ ਜ਼ੀਰੋ ਹੈ। ਇਸੇ ਕਰਕੇ ਗੱਡੀ ਆਪਾਂ ਕਾਰ ਰੱਖੀ, ਦੀਵਾਲੀ ਤੋਂ ਪਹਿਲਾਂ ਪਟਾਕੇ ਮੁਕਾ ਕੇ ਪਹੁੰਚ ਮੁੱਕ ਜਾਂਦੇ, ਕਾਰ ਰੱਖੀ ਹੈ, ਕਾਰ ਚਲਾਉਂਦੇ ਆ, 10,000 ਕਿਲੋਮੀਟਰ ਚੱਲ ਜਾਂਦੀ ਹੈ। ਅਸੀਂ ਸਰਵਿਸ ਕਰਾਉਣਾ ਸਾਡਾ ਫਰਜ਼ ਹੈ ਨਾ, ਉਹ ਸਰਵਿਸ ਨਹੀਂ ਕਰਾਉਂਦੇ। ਸਰਵਿਸ ਕਿਵੇਂ ਹੁੰਦੀ? ਸਰਵਿਸ ਇਹ ਹੈ ਕਿ ਉਹਨੂੰ ਆਪਣੀ, ਦੇਖੋ ਚਾਹੇ ਤੁਸੀਂ ਹੋ, ਚਾਹੇ ਮੈਂ ਹਾਂ, ਚਾਹੇ ਡਾਕਟਰ ਸਾਹਿਬ ਨੇ, ਚਾਹੇ ਹੋਰ ਵੀ ਕੋਈ ਵੀ ਨੇ, ਚਾਹੇ ਕੈਮਰਾਮੈਨ ਵੀ ਨੇ, ਆਪਣੇ ਬੋਡੀ ਦੇ ਤੁਹਾਨੂੰ 6 ਮੰਥ ਤੁਸੀਂ ਫਿੱਟ ਵੀ ਹੋ, ਠੀਕ ਵੀ ਹੋ, 50% ਡਾਕਟਰ ਤੁਸੀਂ ਆਪ ਬਣੋ। ਤੁਹਾਨੂੰ ਆਪਣੀ ਬੋਡੀ ਦੇ ਹਰ 6 ਮਹੀਨੇ ਬਾਅਦ ਸਾਰੇ ਟੈਸਟ ਕਰਾ ਲੈਣੇ ਚਾਹੀਦੇ, ਚਾਹੇ ਤੁਸੀਂ ਅਨਮੈਰਿਡ ਵੀ ਹੋ, ਕਿਉਂਕਿ ਅੱਜ ਕੱਲ੍ਹ ਬਿਮਾਰੀ ਬੈਲ ਦੇ ਕੇ ਨਹੀਂ ਆਉਂਦੀ ਤੁਹਾਨੂੰ, ਠੀਕ ਹੈ ਨਾ। ਵਿਆਹ ਕਰਵਾ ਲੈਂਦੇ ਨੇ, ਬੜੀ ਖੁਸ਼ੀ ਲੱਖਾਂ ਰੁਪਏ ਲਾ ਦਿੰਦੇ ਨੇ, ਉਹ ਆ ਗਿਆ, ਉਹ ਤੇਰੇ ਵਿਆਹ 'ਚ ਖਾਣਾ ਪੀਣਾ ਨਹੀਂ ਠੀਕ ਸੀ, ਉਹ ਲੱਖਾਂ ਰੁਪਏ ਲੱਗ ਜਾਂਦੇ ਨੇ। ਉਹ ਜਦੋਂ ਵਿਆਹ ਹੁੰਦਾ ਹੈ 6 ਮਹੀਨੇ ਬੀਤਦੇ ਹੈ, ਉਹ ਤੋਂ 6 ਮਹੀਨੇ ਕੀ ਬੀਤਨੇ ਫਰੂਕੀ ਸਾਹਿਬ, ਮੇਰੇ ਕੋਲ 4 ਦਿਨ ਬਾਅਦ ਪਟਾਕੇ ਪੈਣ ਵਾਲੇ ਆ ਜਾਂਦੇ ਬੰਦੇ। ਅੱਛਾ, 6 ਦਿਨ ਕੇ ਬੀਤਨੇ ਹੈ, ਦੂਜੇ ਤੀਜੇ ਦਿਨ ਉਹ ਸਮਝਦੇ ਕਿ ਅਸੀਂ ਠੀਕ ਹੈਗੇ ਆ। ਅਤੇ ਜਦੋਂ ਤੁਹਾਨੂੰ ਪਤਾ ਫਸਟ ਨਾਈਟ ਹੈ, ਜਦੋਂ ਆਪਾਂ ਇਹ ਦੇਖੋ, ਇਹ ਗ੍ਰਸਤ ਹੈ, ਇਹ ਜੀਵਨ ਹੈ ਸਾਡਾ, ਠੀਕ ਹੈ, ਹਾਂ ਇਹ ਜ਼ਰੂਰਤ ਹੈ, ਠੀਕ ਹੈ। ਇਹਦੇ ਨਾਲ ਜਦੋਂ ਸੰਬੰਧ ਬਣਦੇ ਹੈ, ਉਹ ਬੰਦਾ ਫਿਰ ਫੇਲ ਹੁੰਦਾ, ਉਹ ਪਟਾਕੇ ਦੀਵਾਲੀ ਦੇ ਪਹਿਲੇ ਚੱਲ ਜਾਂਦੇ, ਅਤੇ ਫਿਰ ਉਹ ਜਦੋਂ ਘਬਰਾਏ ਆਉਂਦੇ ਨੇ, ਚਲੋ ਉਹ ਦਵਾਈ ਦੇਈਦੀ ਹੈ, ਠੀਕ ਤੇ ਹੋ ਜਾਂਦੇ ਨੇ। ਪਰ ਜਦੋਂ ਉਹਨਾਂ ਨੂੰ 6 ਮਹੀਨੇ ਬੀਤਦੇ ਨੇ, ਸਾਲ ਬੀਤਦੇ ਨੇ, ਕਨਸੀਵ ਨਹੀਂ ਹੁੰਦਾ, ਉਹਦੇ 'ਚ ਵੀ ਕਮੀ ਹੁੰਦੀ ਹੈ। ਉਹਨੂੰ ਟੈਸਟ ਆਪਣਾ ਹਰ ਇੱਕ ਨੂੰ ਕਰਾਉਣਾ ਚਾਹੀਦਾ। ਪਰ ਅੱਜ ਕੱਲ੍ਹ ਤਾਂ ਬੜਾ ਰਿਵਾਜ ਚੱਲਿਆ ਹੋਇਆ ਟੈਸਟ ਟਿਊਬ ਬੇਬੀ ਦਾ, ਸਾਈਲ ਜੀ। ਬਿਲਕੁਲ ਠੀਕ ਆ, IVF ਕੋਈ ਗਲਤ ਨਹੀਂ ਹੈ, ਉਹਦੇ ਨਾਲ ਵੀ ਕੋਈ ਐਸੀ ਗੱਲ ਨਹੀਂ ਹੈ। ਦੇਖੋ ਇੱਥੇ ਤੁਹਾਨੂੰ ਸੱਚਾਈ ਮਿਲੇਗੀ। ਅਸੀਂ ਇਹ ਨਹੀਂ ਕਰਨਾ ਕਿ ਆਪਣੀ ਪ੍ਰਸ਼ੰਸਾ ਕਰੀ ਜਾਂਦੇ, IVF ਨਾ ਕਰਾਓ ਜੀ, ਸਾਡੇ ਕੋਲ ਦਵਾਈ ਲਵੋ ਜੀ। ਜਿੱਥੋਂ ਜਿਹਦੀ ਸੈਟੀਸਫਾਈਡ ਹੈ ਉੱਥੋਂ ਕਰੇ, ਪਰ 1.5-2 ਲੱਖ ਦਾ ਖਰਚਾ ਹੈ। ਇੱਥੇ ਜੇ ਤੁਹਾਨੂੰ ਚੰਦ ਪੈਸੇ ਨਾਲ ਠੀਕ ਹੋ ਰਹੇ ਹੋ, ਤੇ ਫਿਰ ਤੁਸੀਂ ਕਿਉਂ ਰਿਸਕ ਲੈ ਰਹੇ ਹੋ? ਫਿਰ ਤੁਹਾਡਾ ਸੀਮਨ ਵੀ ਜਿਹੜਾ, ਪਰ ਜ਼ਿਆਦਾਤਰ ਕੀ ਹੁੰਦਾ, ਜਦੋਂ IVF ਕਰਵਾਉਣ ਜਾਂਦੇ ਨੇ, ਜੋੜਾ ਜਾਂਦਾ ਹੈ, ਤਾਂ ਟਿਊਬ ਖੁੱਲਣ ਦੀ ਦਵਾਈ ਨਾ ਦੇ ਕੇ, ਉਹ ਟਰੀਟਮੈਂਟ ਨਾ ਕਰਕੇ ਸਿੱਧਾ ਤੁਸੀਂ ਕਹਿੰਦੇ ਨੇ ਵੀ IVF ਵਾਲਾ ਪ੍ਰੋਸੈਸ ਹੈ ਜਿਹੜਾ ਸ਼ੁਰੂ ਕਰ ਦਿੰਦੇ ਨੇ। ਕੀ ਆਯੁਰਵੇਦ ਦੇ ਵਿੱਚ ਇਸ ਚੀਜ਼ ਦਾ ਇਲਾਜ ਹੈ ਕਿ ਟਿਊਬਾਂ ਬੰਦ ਨੇ ਅਗਰ ਬੱਚੇਦਾਨੀ ਦੀਆਂ, ਤੇ ਉਸਨੂੰ ਉਹਦੇ ਵਿੱਚ ਰਿਲੀਫ ਮਿਲੇ? ਦੇਖੋ, ਕਿਸੇ ਨੂੰ ਮਾਂ ਸਵਾਦੀ ਤੇ ਕਿਸੇ ਨੂੰ ਬਾਦੀ, ਸਿੱਧੀ ਗੱਲ ਦੇ। ਕਈਆਂ ਨੂੰ ਬਹੁਤ ਰਿਲੀਫ ਵੀ ਆਉਂਦਾ ਹੈ। ਇਹ ਹੈਗੀ ਆਯੁਰਵੈਦਿਕ 'ਚ ਔਸ਼ਧੀ ਹੈਗੀ ਹੈ ਕਿ ਜਿਹੜੀਆਂ ਟਿਊਬਸ ਨੂੰ ਉਹਦੀ ਆਪਣਾ ਟਿਊਬਸ ਦੀ ਜਿਹੜੀ ਹੈ ਉਹਦਾ ਇਲਾਜ ਕੀਤਾ ਜਾਵੇ, ਬੜਾ ਹੱਲ ਹੈਗਾ ਵੈ। ਬਾਕੀ ਕਈਆਂ ਨੂੰ ਦੇਖੋ, ਫਿਰ ਮੈਂ ਕਹਿ ਰਿਹਾ, ਜੇ ਮੈਂਸ ਵਿੱਚ ਪ੍ਰੋਬਲਮ ਹੈ, ਉਹਦੇ ਸ਼ੁਕਰਾਣੂਆਂ 'ਚ ਕਮੀ ਹੈ, ਉਹਦੀ ਪਹਿਲੇ ਦਵਾਈ ਜਿਹੜੀ ਹੈ ਬਹੁਤ ਕਾਰਗਰ ਹੈ, ਬਹੁਤ ਅੱਛੀ ਦਵਾਈ ਸਾਡੇ ਕੋਲ, ਉਹ ਤੁਸੀਂ ਇਲਾਜ ਕਰਵਾ ਸਕਦੇ ਹੋ ਡਾਕਟਰ ਸਾਹਿਬ ਕੋਲ ਆ ਕੇ, ਉਹਦਾ ਹੱਲ ਆਪਣੇ ਕੋਲ ਹੈਗਾ। ਬਾਕੀ ਤੁਸੀਂ ਫਲੋਪੀਅਨ ਟਿਊਬ ਦੀ ਗੱਲ ਕੀਤੀ ਹੈ, ਉਹਦੇ ਵਾਸਤੇ ਵੀ ਡਾਕਟਰ ਸਾਹਿਬ ਨੇ ਬੜੀਆਂ ਅੱਛੀਆਂ ਚੀਜ਼ਾਂ ਬਣਾਈਆਂ ਨੇ, ਬੜੇ ਅੱਛੇ ਨੁਸਖੇ ਤਿਆਰ ਕੀਤੇ ਨੇ, ਕਈਆਂ ਨੂੰ ਫਾਇਦਾ ਵੀ ਹੋਇਆ ਵਾ, ਠੀਕ ਹੈ। ਬਾਕੀ IVF ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ, ਪਰ ਉਸ ਤੋਂ ਪਹਿਲੇ ਤੁਸੀਂ ਆਪਣਾ ਆਯੁਰਵੈਦਿਕ 'ਚ ਟਰੀਟਮੈਂਟ ਕਰਾਓ ਕਿ ਤੁਹਾਡੇ ਜਿਹੜੇ 1.5-2 ਲੱਖ ਰੁਪਏ ਦਾ ਖਰਚਾ ਹੈ, ਇੱਕ ਤਾਂ ਉਹਦੇ 'ਚ ਬਚੋਗੇ, ਇੱਕ ਤਾਂ ਜਿਹੜਾ ਤੁਹਾਡੇ ਅੰਦਰੂਨੀ ਸੀਮਨ ਜਿਹੜਾ ਮੇਲਸ ਦਾ, ਦੇਖੋ ਉਹ ਤਾਂ ਕਿਸੇ ਦਾ ਸੀਮਨ ਹੈ ਨਾ, ਜਦੋਂ ਆਪੀ IVF ਕਰਵਾਉਂਦੇ ਆ, ਠੀਕ ਹੈ, ਉਹ ਕਿਸੇ ਦੇ ਸੀਮਨ ਦੇ ਨਾਲ ਹੀ ਹੈ ਨਾ, ਜਿਹੜਾ ਕਿਸੇ ਦਾ ਵੀਰਜ ਵੀ ਹੈ। ਜੇ ਆਪਣਾ ਤੁਸੀਂ ਬੰਦਾ, ਤੁਹਾਡਾ ਮੇਲ ਪਰਸਨ ਠੀਕ ਹੋਏਗਾ, ਉਹਦੇ ਸੀਮਨ ਨਾਲ ਜੇ ਕਨਸੀਵ ਹੁੰਦਾ, ਤਾਂ ਉਸ ਤੋਂ ਵੱਡੀ ਫਿਰ ਦਾਤ ਕੋਈ ਨਹੀਂ ਹੈ। ਜੀ ਜੀ ਜੀ। ਅੱਛਾ ਡਾਕਟਰ ਸਾਹਿਬ, ਇੱਕ ਬੜਾ ਅਹਿਮ ਸਵਾਲ ਇੱਥੇ ਇਹ ਹੈ ਕਿ ਅੱਜ ਕੱਲ੍ਹ ਔਰਤਾਂ ਦੇ ਵਿੱਚ ਜਿਹੜੇ ਬੱਚੇਦਾਨੀ ਦੇ ਜਿਹੜੀਆਂ ਟਿਊਬਾਂ ਨੇ, ਉਹ ਵੱਧ ਹੋਣ ਦੀ ਬੜੀ ਕਹਿ ਲਈ ਕਿ ਬੜੀ ਭਾਰੀ ਸਮੱਸਿਆ ਹੈ, ਬੜੀ ਗਿਣਤੀ ਦੇ ਵਿੱਚ ਸਮੱਸਿਆ ਹੈ।
ਕੀ ਕਾਰਨ ਮੰਨਦੇ ਹੋ ਇਸ ਚੀਜ਼ ਦਾ? ਦੇਖੋ ਜੀ ਸਾਰਿਆਂ ਨਾਲੋਂ ਵੱਡਾ ਖਾਣ ਪਾਨ ਹੈ। ਇੱਕ ਦੂਸਰੀ ਹੈ ਕਿ ਛੋਟੀ ਉਮਰ 'ਚ ਕਈ ਵਾਰੀ ਸ਼ਾਦੀ ਹੋ ਜਾਂਦੀ ਹੈ। ਤੀਸਰੀ ਗੱਲ ਇਹ ਹੈ ਕਿ ਜਿਹੜੇ ਉਹਦੇ ਪੀਰੀਅਡ ਨੇ, ਜਿਹੜੀ ਮੈਂਸਿਸ ਹੈ ਉਹ ਇਰੈਗੂਲਰ ਹੋ ਜਾਂਦੇ ਨੇ, ਜਿਸ ਕਰਕੇ ਉਹਦੇ ਵਿੱਚ ਕਈ ਵਾਰੀ ਇਨਫੈਕਸ਼ਨ ਵੀ ਹੋ ਜਾਂਦੀ ਹੈ। ਉਹਦੇ 'ਚ ਇਨਫੈਕਸ਼ਨ ਹੋਣ ਕਰਕੇ ਜਿਹੜੀ ਉਹ ਇਲਾਜ ਨਾ ਕਰਾਉਣ ਕਰਕੇ, ਦੇਰੀ ਕਰਾਉਣ ਕਰਕੇ ਉਹ ਜਿਹੜੀ ਇਨਫੈਕਸ਼ਨ ਹੈ ਉਹ ਟਿਊਬ ਤੱਕ ਪਹੁੰਚ ਜਾਂਦੀ ਹੈ, ਜਿਸ ਕਰਕੇ ਉਹ ਫਿਰ ਜਿਹੜੀ ਇੱਕ ਜਿਹੜਾ ਹੈ ਉਹ ਕੰਸੀਵ ਨਹੀਂ ਕਰ ਪਾਉਂਦੇ। ਇਸ ਇਨਫੈਕਸ਼ਨ ਯੂਟੀ ਜਿਹੜੀ ਇਨਫੈਕਸ਼ਨ ਕਰਕੇ ਜਿਹੜੀ ਹੈ ਉਹਦੇ ਕਰਕੇ ਵੀ ਇਹ ਜਿਹੜਾ ਵੱਡਾ ਕਾਰਨ ਹੈਗਾ, ਨਹੀਂ ਕਾਰਨ ਹੁੰਦਾ। ਅਤੇ ਫਿਰ ਕਈ ਵਾਰੀ ਇਹ ਕਾਰਨ ਵੀ ਹੁੰਦਾ ਹੈਗਾ ਕਿ ਓਵਮ ਵਗੈਰਾ ਜਿਹੜੇ ਹੈ, ਓਵਮ ਨਹੀਂ ਬਣਦਾ। ਫਲੋਪੀਨ ਟਿਊਬ ਦੇ ਵਿੱਚ ਓਵਮ ਨਹੀਂ ਬਣਦਾ। ਓਵਮ ਜਿਹੜਾ ਹੈਗਾ ਅਗਰ ਉਹਦੇ ਨਾਲ ਹੁੰਦਾ ਤਾਂ ਕਈ ਵਾਰੀ ਜਿਹੜੇ ਹੈਗਾ ਸਪਰਮ ਜਿਹੜੇ ਵੀਕ ਹੁੰਦੇ ਨੇ, ਓਵਮ ਨਾਲ ਜਿਹੜੇ ਆ ਮਿਕਸ ਨਹੀਂ ਹੁੰਦੇ। ਵੀ ਓਵਮ ਜਿਹੜਾ ਉਹਦੇ ਨਾਲ ਮਿਕਸ ਹੋਣ ਤੋਂ ਬਾਅਦ ਫਰਟੀਲਾਈਜ਼ ਹੋਣਾ ਚਾਹੀਦਾ, ਫਰਟੀਲਾਈਜ਼ ਹੀ ਨਹੀਂ ਹੁੰਦੇ। ਇਹ ਵੱਡਾ ਕਾਰਨ ਹੈ ਔਰਤਾਂ ਦੇ ਵਿੱਚ ਜਿਹੜਾ ਓਵਮ ਦੇ ਨਾਲ ਸਪਰਮ ਜਿਹੜਾ ਆਪਣਾ ਉਹ ਫਰਟੀਲਾਈਜ਼ ਨਹੀਂ ਹੁੰਦਾ। ਅੱਛਾ, ਆਯੁਰਵੇਦ ਇਸ ਬਾਬਤ ਕੀ ਕਹਿੰਦਾ ਹੈ? ਦੇਖੋ ਆਯੁਰਵੇਦ ਵਿੱਚ ਰਿਹਾ ਕਿ ਉਹਦਾ ਸ਼ੁਰੂ ਤੋਂ ਲੈ ਕੇ ਦੋਨਾਂ ਦਾ ਟ੍ਰੀਟਮੈਂਟ ਚਾਹੀਦਾ ਕਰਨਾ। ਅਗਰ ਆਦਮੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਤੇ ਫਿਰ ਫੀਮੇਲ ਦਾ ਚਾਹੀਦਾ ਕਰਨਾ। ਮੈਨੂੰ ਤਾਂ ਇੱਦਾਂ ਕਈ ਵਾਰੀ ਸੁਣਨ ਦੇ ਵਿੱਚ ਵੀ ਆਉਂਦਾ ਵੇ, ਮੈਂ ਦੇਖਦਾ ਵੀ ਹਾਂ ਕਈ ਵਾਰੀ ਲੋਕ ਅਗਰ ਦੋਨਾਂ ਵਿੱਚੋਂ ਫੇਲ ਹੋ ਜਾਂਦੇ ਨੇ ਨਾ ਤੇ ਉਹ IVF ਵੱਲ ਤੁਰ ਪੈਂਦੇ ਨੇ। ਉਹ ਕਈਆਂ ਨੇ 2-2 3-3 ਵਾਰੀ ਵੀ ਟਰਾਈ ਕੀਤਾ ਪਰ ਉੱਥੋਂ ਵੀ ਸਕਸੈਸਫੁਲ ਨਹੀਂ ਮਿਲਦੀ। ਅਗਰ ਤੇ ਫਿਰ ਕਈ ਲੈਂਦੇ ਨੇ ਵੀ ਇਹਦਾ ਆਜੂ ਵਿੱਚ ਇਲਾਜ ਲੱਭ ਲਓ, ਕੋਈ ਚੰਗਾ ਹਕੀਮ ਲੱਭ ਲਓ। ਅਸੀਂ ਤਾਂ ਪਹੁੰਚਦੀ, ਕਿਉਂਕਿ ਸਾਹਿਲ ਸਾਹਿਬ ਸਾਡੇ ਨਾ ਆਯੁਰਵੇਦ ਦੇ ਵਿੱਚ ਸਾਡੇ ਲੋਕਾਂ ਦੀ ਸਭ ਤੋਂ ਵੱਡੀ ਤਰਾਸ਼ਦੀ ਇਹ ਹੈ ਕਿ ਜਦੋਂ ਸਾਰੇ ਪਾਸੇ ਤੋਂ ਦਵਾਈਆਂ ਖਾ ਕੇ ਸਾਡੇ ਸਰੀਰ ਦਾ ਸੱਤਿਆਨਾਸ਼ ਹੋ ਜਾਂਦਾ ਹੈ ਤੇ ਅਸੀਂ ਫੇਰ ਪਹੁੰਚਦੇ ਵੀ ਚਲੋ ਇਸ ਹਕੀਮ ਕੋਲ ਵੀ ਦਵਾਈ ਲੈ ਕੇ ਵੇਖ ਲਓ। ਦੇਖੋ ਪਹਿਲੀ ਗੱਲ ਤੇ ਅੱਜ ਕੱਲ੍ਹ ਪੁਰਾਣੇ ਹਕੀਮ ਤਾਂ ਰਹੇ ਨਹੀਂ, ਠੀਕ ਹੈ। ਜਿੱਦਾਂ ਡਾਕਟਰ ਸਾਹਿਬ ਦੱਸਦੇ, ਮੈਂ 62 ਵਿੱਚ ਕੰਮ ਸ਼ੁਰੂ ਕੀਤਾ, 74 'ਚ ਵੀ ਉੱਥੇ ਆਫਿਸ ਸੀ ਮੇਰਾ। ਜਿੱਦਾਂ ਦੱਸਦੇ ਨੇ ਪੁਰਾਣੇ ਹਕੀਮ ਨਹੀਂ ਰਹੇ ਕਿ ਜਿਹਨੂੰ ਦਵਾਈ ਪਹਿਲੇ ਜ਼ਮਾਨੇ 'ਚ ਹੁੰਦਾ ਸੀ, ਜੋ ਸੁਣਦੇ ਆ ਰਹੇ ਆ ਕਿ ਕਿਸੇ ਨੇ 2 ਖੁਰਾਕਾਂ ਦਿੱਤੀਆਂ ਜਾਂ ਹਫ਼ਤੇ ਦਵਾਈ ਦਿੱਤੀ ਉਹਨੂੰ ਆਰਾਮ ਆ ਗਿਆ, ਠੀਕ ਹੈ। ਅੱਜ ਕੱਲ੍ਹ ਜ਼ਿਆਦਾਤਰ ਪੈਸੇ ਚੁੰਗਣ ਦਾ, ਪੈਸੇ ਬਣਾਉਣ ਦਾ ਕਾਰੋਬਾਰ ਚੱਲ ਪਿਆ ਆ। ਕੋਈ ਕਿਸੇ ਦੀ ਦਿਲ ਦੀ ਜਿਹੜੀ ਆਪਣੇ ਪ੍ਰੋਬਲਮ ਹੈ ਉਹ ਨਹੀਂ ਸੁਣ ਕੇ ਰਾਜੀ ਹੈਗਾ। ਬਾਕੀ ਕਈ ਚੰਗੇ ਵੀ ਹੈਗੇ ਨੇ, ਆਏ ਨਹੀਂ ਕਹਿ ਸਕਦਾ ਕਿ ਸਾਰੇ ਹੀ ਗਲਤ ਨੇ, ਕਈ ਚੰਗੇ ਵੀ ਨੇ। ਆਯੁਰਵੈਦਿਕ ਦੇ ਵਿੱਚ ਇਲਾਜ ਹੈਗਾ ਵੈ, ਇਹ ਨਹੀਂ ਕਿ ਆਯੁਰਵੈਦਿਕ, ਪਰ ਉਹ ਦੇਣ ਵਾਲਾ ਬੰਦਾ ਚਾਹੀਦਾ। ਜੇ ਕਿਸੇ ਕੋਲ 5000 ਰੁਪਏ ਮਹੀਨੇ ਦੀ ਦਵਾਈ ਸਮਝੋ ਲੈ ਰਿਹਾ, ਉਹ ਘੱਟੋ ਘੱਟ 4,000-3,500 ਦੀ ਤੂੰ ਦਵਾਈ ਤਾਂ ਦੇਵੇ ਨਾ। ਜਦੋਂ ਉਹਨੂੰ ਦਵਾਈ ਦੇਣੀ ਨਹੀਂ, ਪੈਸੇ ਬਣਾਉਣੇ ਹੈ, ਉਹਨੇ ਵਿਚਾਰੇ ਨੇ ਅੱਜ ਮੇਰੇ ਕੋਲ ਆ ਜਾਣਾ, ਕੱਲ੍ਹ ਕਿਸੇ ਕੋਲ ਚੱਲ ਜਾਣਾ, ਕੋਈ ਕਿਸੇ ਕੋਲ ਚਲੇ ਜਾਣਾ, ਕਦੇ ਕਿਸੇ ਕੋਲ ਚਲੇ ਜਾਣਾ, ਇੱਦਾਂ ਹੀ ਹੋਣਾ। ਬਦਨਾਮੀ ਆਯੁਰਵੈਦ ਦੀ, ਬਦਨਾਮੀ ਆਯੁਰਵੈਦਿਕ ਦੀ, ਠੀਕ ਹੈ। ਅਤੇ ਜਿਹੜੇ ਲੋਕ ਚੰਗਾ ਕੰਮ ਕਰ ਰਹੇ ਨੇ, ਡਾਕਟਰ ਸੁਰਿੰਦਰ ਕੁਮਾਰ ਵਰਗੇ ਜਿਹੜੇ ਕੰਮ ਕਰ ਰਹੇ ਨੇ, ਉਸਤਾਦ ਜੀ ਵਰਗੇ, ਤੇ ਉਹਨਾਂ ਨੂੰ ਫਿਰ ਉਹੀ ਕਹਿੰਦੇ ਨੇ ਕਿ ਛੱਡ ਯਾਰ IVF ਕਰਾ ਲੈਂਦੇ ਆ, ਇੱਥੋਂ ਫਰਕ ਤਾਂ ਪੈਣਾ ਨਹੀਂ, ਐਵੇਂ ਖਾ ਕੇ ਅਸੀਂ ਹੋਰ ਸਰੀਰ 'ਚ ਖਰਾਬੀ ਹੋ ਗਈ ਹੈ। ਇਸੇ ਕਰਕੇ ਪੜ੍ਹੇ ਲਿਖੇ ਡਾਕਟਰ ਕੋਲ ਜਾਓ, ਜਿਹੜਾ ਤੁਹਾਡੀ ਹਰ ਗੱਲ ਨੂੰ ਸੁਣੇ, ਤੁਹਾਨੂੰ 15-20 ਮਿੰਟ ਤੁਹਾਡੀ ਕਾਉਂਸਲਿੰਗ ਕਰੇ, ਸਾਰੇ ਪੈਰਾਮੀਟਰਸ ਤੁਹਾਡੇ ਪੜ੍ਹੇ, ਉਹ ਕਿੱਥੇ ਕੀ ਤੁਹਾਨੂੰ ਨੁਕਸ ਹੈ ਉਹਦੀ ਦਵਾਈ ਦੇਵੇ, ਔਰ ਦਵਾਈ ਦੇ ਨਾਲ ਦੁਆ ਵੀ ਦੇਵੇ। ਜੀ। ਅੱਛਾ ਸਾਹਿਲ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਇਹ ਹੈ, ਬਹੁਤ ਸਾਰੀਆਂ ਘਰ ਦੇ ਵਿੱਚ, ਕਿਉਂਕਿ ਸਾਡਾ ਜਿਹੜਾ ਸਮਾਜ ਹੈਗਾ, ਅਸੀਂ ਕੌੜਾ ਸੱਚ ਦਿਖਾਉਣੇ ਆ ਹਮੇਸ਼ਾ। ਸਾਡਾ ਸਮਾਜ ਇੱਥੇ ਇਹ ਹੈ ਕਿ ਅਗਰ ਬਾਈ ਚਾਂਸ ਜਾਂ ਵਾਰ-ਵਾਰ ਇੱਕ ਘਰ ਦੇ ਵਿੱਚ ਧੀਆਂ ਜਨਮ ਲੈਂਦੀਆਂ ਨੇ ਤਾਂ ਉਸ ਕਰਕੇ ਉਹ ਔਰਤ ਦੀ ਜ਼ਿੰਦਗੀ ਹੈ, ਜਿਹੜੇ ਪਰਿਵਾਰ ਵਾਲੇ, ਸਮਾਜ ਵਾਲੇ ਨਰਕ ਨਾਲੋਂ ਵੀ ਜ਼ਿਆਦਾ ਭੈੜੀ ਬਣਾ ਲੈਂਦੇ ਨੇ। ਇਹਦੇ ਵਿੱਚ ਕਸੂਰ ਕਿਹਦਾ ਹੁੰਦਾ, ਔਰਤ ਦਾ ਹੁੰਦਾ ਜਾਂ ਮਰਦ ਦਾ ਹੁੰਦਾ? ਤੁਹਾਡਾ ਕੀ ਤਜਰਬਾ ਹੈ? ਜੀ ਸਾਰਾ ਜਿਹੜਾ ਜਿੰਮਾ ਹੈਗਾ ਉਹ ਸਿਰਫ ਪੁਰਸ਼ ਤੇ ਠੀਕ ਰਹੇਗਾ। ਇਸ ਦੇ ਵਿੱਚ ਔਰਤ ਦਾ ਕੋਈ ਰੋਲ ਨਹੀਂ ਹੈਗਾ, ਕਿਉਂਕਿ ਜਿਹੜੇ ਵਾਈਸ ਔਰ ਐਕਸ ਜਿਹੜੇ ਕ੍ਰੋਮੋਸੋਮ ਹੈਗੇ ਨੇ, ਜਦੋਂ ਵੂਮਨ ਫਰਟੀਲਾਈਜ਼ ਹੁੰਦੇ ਨੇ, ਉਹੀ ਮੇਲ ਔਰ ਫੀਮੇਲ ਦਾ ਜਿਹੜਾ ਹੈਗਾ ਵੇ ਰਿਜ਼ਲਟ ਕੱਢਦੇ ਨੇ। ਹਾਂਜੀ, ਉਹਦੇ ਵਿੱਚ ਲੋਕਾਂ ਨੇ ਐਵੇਂ ਇੱਕ ਜਿਹੜਾ ਹੈਗਾ ਔਰਤਾਂ ਨੂੰ ਜਾਂ ਸਹੁਰਿਆਂ ਨੂੰ ਬਦਨਾਮ ਕੀਤਾ ਹੁੰਦਾ ਵੀ ਤੇਰੀ ਧੀ ਤਾਂ ਕੁੜੀਆਂ ਹੀ ਜੰਮੀ ਜਾਂਦੀ ਹੈ, ਘਰ ਵੀ ਥੋੜ੍ਹੇ ਕੁੜੀਆਂ ਜੰਮੀਆਂ ਸੀ, ਇੱਥੇ ਵੀ ਕੁੜੀਆਂ ਜੰਮੀ ਜਾਂਦੀਆਂ, ਇਹਦੀ ਮਾਂ ਵੀ ਕੁੜੀਆਂ ਜੰਮਦੀ, ਇਹ ਵੀ ਜੰਮਦੀ ਹੈ। ਹਾਂਜੀ, ਸਾਰਾ ਠੀਕਰਾ ਜਿਹੜਾ ਹੈ ਕੁੜੀ ਦੇ ਸਿਰ ਤੇ ਸੁੱਟ ਦਿੰਦੇ ਨੇ, ਕੁੜੀ ਦਾ ਕਸੂਰ ਕੱਢ ਕੇ ਘਰੋਂ ਕੱਢ ਦਿੰਦੇ ਨੇ, ਕਈ ਵਾਰੀ ਤਲਾਕ ਵੀ ਹੋ ਜਾਂਦੇ ਨੇ। ਹਾਂਜੀ, ਜਦ ਕਿ ਠੀਕਰਾ ਸਿਰਾ ਜਿਹਾ ਉਹਦੇ ਘਰ ਵਾਲੇ ਦੇ, ਉਹਦੇ ਮੁੰਡਿਆਂ ਤੇ ਜਿਹੜਾ ਹੈਗਾ ਹੁੰਦਾ, ਜਿਹਨਾਂ ਦੇ ਕ੍ਰੋਮੋਸੋਮ 'ਚ ਪਾਵਰ ਨਹੀਂ ਹੁੰਦੀ, ਸਟੈਮਨਾ ਨਹੀਂ ਹੁੰਦਾ, ਉਹਦੇ ਕਰਕੇ ਹੁੰਦਾ ਹੈ। ਜੇ ਕ੍ਰੋਮੋਸੋਮ ਦੇ ਵਿੱਚ, ਸ਼ੁਕਰਾਣੂ ਦੇ ਵਿੱਚ ਪਾਵਰ ਹੋਵੇ ਤੇ ਫਿਰ ਉਹ ਜਿਹੜਾ ਡੋਮੀਨੇਟ ਕਰ ਲੈਂਦੇ ਨੇ ਕਈ ਵਾਰ। ਨਹੀਂ ਜੀ, ਦੇਖੋ ਇਹ ਸ਼ੁਕਰਾਣੂ 'ਤੇ ਡਿਪੈਂਡ ਹੁੰਦਾ। ਉਹਦੇ ਵਿੱਚ ਸ਼ੁਕਰਾਣੂ ਦੀ ਜਿਹੜੀ ਕਾਊਂਟਿੰਗ ਜ਼ਿਆਦਾ ਹੋਵੇ, ਉਹ ਜ਼ਿਆਦਾ ਸਟਰੋਂਗ ਹੋਣ, ਅਤੇ ਉਹ ਜਿਹੜੇ ਕ੍ਰੋਮੋਸੋਮ ਹੈ ਐਕਸ ਜਿਹੜੇ ਵਾਈ ਹੈਗੇ ਨੇ, ਉਹਨਾਂ 'ਚ Z ਦੇ XY ਦੇ ਨਾਲ ਜਿਹੜੇ ਹੈਗੇ ਮੇਲ ਜਿਹੜਾ ਹੈਗਾ ਉਹ ਵੀ ਪੈਦਾ ਹੋ ਸਕਦਾ। ਇਹ ਨਹੀਂ ਹੈਗਾ 4 ਕੁੜੀਆਂ ਬਾਅਦ ਮੁੰਡਾ ਨਹੀਂ ਹੋ ਸਕਦਾ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ, ਸਾਡੇ ਘਰ ਦੇ ਕੋਲ ਇੱਕ ਬੰਦਾ ਸੀਗਾ,
ਉਹਨੇ 7 ਕੁੜੀਆਂ ਪੈਦਾ ਕੀਤੀਆਂ। ਹਾਂਜੀ, ਉਹ ਬਾਰ-ਬਾਰ ਟਰਾਈ ਕਰਦਾ ਸੀਗਾ, 7 ਕੁੜੀਆਂ ਪੈਦਾ ਹੋ ਗਈਆਂ। ਉਹ ਲੋਕੀ ਕਹਿੰਦੇ ਸੀ ਉਸ ਬੱਸ ਕਰ, ਹੁਣ 7 ਕੁੜੀਆਂ ਹੋ ਗਈਆਂ। ਕਹਿੰਦਾ ਚੱਲ ਕੋਈ ਗੱਲ ਨਹੀਂ। ਹਾਂਜੀ, ਫਿਰ ਉਹਨੇ ਪਰਮਾਤਮਾ ਦੇ ਕੋਲ ਦਾਤ ਮੰਗੀ, ਗਿਆ ਕਿੱਥੇ ਮੱਥਾ ਮੁੱਥਾ ਟੇਕਿਆ, ਉਸ ਪਰਮਾਤਮਾ ਨੇ ਦਾਤ ਦੇਤੀ, ਉਹਨੂੰ 8ਵਾਂ ਮੁੰਡਾ ਪੈਦਾ ਹੋ ਗਿਆ। ਸੋ ਇਹ ਜਿਹੜਾ ਹੈਗਾ, ਇਹ ਸਾਰਾ ਕੁਝ ਠੀਕਰਾ ਜਿਹੜਾ ਹੈਗਾ ਆਦਮੀ ਦੇ ਸਿਰ ਤੇ ਹੁੰਦਾ। ਇਹਦੇ ਵਿੱਚ ਕੋਈ ਔਰਤ ਦਾ ਕੋਈ ਕਿਸੇ ਕਿਸਮ ਦਾ ਰੋਲ ਨਹੀਂ ਹੁੰਦਾ। ਇਹ ਸਭ ਕੁਝ ਜੋ ਹੈ ਮੇਲ ਕ੍ਰੋਮੋਸੋਮ ਜਿਹੜੇ ਹੈਗੇ ਆ ਉਹਨਾਂ ਦਾ ਹੀ ਰੋਲ ਹੁੰਦਾ ਬਸ। ਜੀ ਜੀ। ਅੱਛਾ ਡਾਕਟਰ ਸਾਹਿਬ, ਫਿਰ ਜਾਂਦੀ ਜਾਂਦੀ ਸਾਨੂੰ ਸਵਾਲ ਦੇ ਇਹ ਵੀ ਦੱਸੋ ਕਿ ਇਸ ਤਰ੍ਹਾਂ ਦੇ ਅਗਰ ਤੁਹਾਡੇ ਕੋਲ ਬੇਔਲਾਦ ਜੋੜੇ ਆਉਂਦੇ ਨੇ ਤਾਂ ਕਿੰਨੇ ਸਮੇਂ ਦੇ ਵਿੱਚ ਜਿਹੜਾ ਕੋਸ਼ਿਸ਼ ਦੇ ਜ਼ਰੀਏ ਤੁਸੀਂ ਕੋਸ਼ਿਸ਼ ਕਰਦੇ ਹੋ, ਕਰਨ ਕਰਾਉਣ ਵਾਲੀ ਜ਼ਾਤ ਉਸ ਪਰਮਾਤਮਾ ਦੀ ਹੈ, ਪਿਤਾ ਪਰਮਾਤਮਾ ਦੀ ਹੈ, ਤੁਹਾਡਾ ਕਿੰਨਾ ਕੁ ਤਜਰਬਾ ਹੈਗਾ, ਕਿੰਨੇ ਸਮੇਂ ਦੇ ਵਿੱਚ ਜਿਹੜੇ ਘਰ ਦੇ ਵਿੱਚ ਫਿਰ ਕਿਲਕਾਰੀਆਂ ਵੱਜਦੀਆਂ ਨੇ? ਦੇਖੋ ਇਸ ਤਰ੍ਹਾਂ ਹੈ, ਹਰ ਬੰਦਾ ਜਿਹੜਾ ਸ਼ਾਦੀ ਕਰਾਉਂਦਾ ਇਸੇ ਕਰਕੇ ਹੁੰਦੀ ਵੀ ਸਾਡੇ ਘਰ ਦੇ ਵਿੱਚ ਹਾਂਜੀ ਕੋਈ ਫੁੱਲ ਹੋਵੇ, ਸਾਡਾ ਘਰ ਜਿਹੜਾ ਹੈ ਸਾਡੀ ਬਗੀਆ ਖਿਲੀ ਰਵੇ। ਪਰ ਇਹ ਹੈ ਕਿ ਕਈ ਵਾਰੀ ਕਿਸੇ ਕਾਰਨਾਂ ਕਰਕੇ, ਚਾਹੇ ਉਹ ਮੇਲ ਜਾਂ ਫੀਮੇਲ ਕਾਰਨਾਂ ਕਰਕੇ, ਇਹ ਜਿਹੜੀ ਚੀਜ਼ ਹੈਗੀ ਹੈ ਉਹ ਨਹੀਂ ਹੁੰਦੀ। ਕਿਉਂ? ਕਈ ਵਾਰੀ ਮਨੁੱਖ ਦੇ ਵਿੱਚ ਜਿਹੜੇ ਆਦਮੀ ਦੇ ਵਿੱਚ ਨੁਕਸ ਹੁੰਦਾ, ਉਹਦੇ ਜਿਹੜੇ ਹੈਗੇ ਸਪਰਮ ਜਿਹੜੇ ਕਾਊਂਟਿੰਗ ਘੱਟ ਹੁੰਦੀ ਹੈ। ਕਈ ਵਾਰੀ ਉਹ ਔਰਤ ਦੇ ਵਿੱਚ ਓਵਮ ਨਹੀਂ ਬਣਦਾ, ਉਹ ਦੋਨੋਂ ਮਿਲਦੇ ਨਹੀਂ ਆਪਸ 'ਚ, ਉਹਨਾਂ ਦਾ ਫਰਟੀਲਾਈਜ਼ ਨਹੀਂ ਹੁੰਦਾ, ਜਿਸ ਕਰਕੇ ਵੱਡਾ ਕਾਰਨ ਹੈ। ਇਸ ਕਰਕੇ ਸਾਨੂੰ ਅਗਰ ਇਲਾਜ ਚਾਹੀਦਾ ਹੈ, ਪਹਿਲੇ ਦੋਨਾਂ ਦੇ ਟੈਸਟ ਹੋਣ, ਉਹਨਾਂ ਨੂੰ ਮਿਲਾਈਏ, ਫਿਰ ਉਹਨਾਂ ਨੂੰ ਦਵਾਈ ਦਈਏ, ਫਿਰ ਉਹਦਾ ਇਲਾਜ ਸ਼ੁਰੂ ਕਰੀਏ, ਨਾ ਕਿ ਐਵੇਂ ਟੈਸਟ ਕਰਾਈ ਜਾਈਏ, ਉਹਨਾਂ ਦਾ ਪੈਸਾ ਬਰਬਾਦ ਕਰੀ ਜਾਈਏ। ਕਿਉਂਕਿ ਗਰੀਬ ਆਦਮੀ ਹੈ, ਕਈ ਵਾਰੀ ਉਹਨਾਂ ਕੋਲ ਇੰਨਾ ਇਲਾਜ ਜੋਗਾ ਪੈਸਾ ਨਹੀਂ ਹੁੰਦਾ, ਰਹਿ ਹੀ ਜਾਂਦੇ ਨੇ। ਹਾਂਜੀ, ਉਹਨਾਂ ਦੇ ਫਿਰ ਘਰ ਟੁੱਟ ਜਾਂਦੇ ਨੇ, ਠੀਕ ਹੈ, ਲੇਕਿਨ ਲੋਕਾਂ ਨੂੰ ਪਤਾ ਨਹੀਂ ਹੁੰਦਾ, ਦੂਜਾ ਵਿਆਹ ਵੀ ਕਰ ਦਿੰਦੇ ਨੇ। ਕਈ ਵਾਰੀ ਉਹਨਾਂ ਦੇ ਇਸੇ ਤਰ੍ਹਾਂ ਹੀ ਜਿਹੜੇ ਘਰ ਟੁੱਟਦੇ ਤੇ ਬੰਦੇ ਰਹਿੰਦੇ ਨੇ। ਪਰ ਉਹਨਾਂ ਨੂੰ ਇਹ ਚਾਹੀਦਾ ਹੈ, ਅਬੋਰਸ਼ਨ ਵਾਸਤੇ ਵੀ ਪ੍ਰੈਸ਼ਰ ਬਣਾ ਲੈਂਦੇ ਨੇ ਕਈ ਵਾਰ। ਹਾਂਜੀ, ਇਸ ਤਰ੍ਹਾਂ ਵੀ ਹੋ ਜਾਂਦਾ ਜੀ। ਇਸੇ ਕਰਕੇ ਤੇ ਉਹਨਾਂ ਨੇ ਬੈਨ ਲਾਤਾ ਵੀ ਕਿ ਜਿਹੜੇ ਹੈਗੇ ਲੋਕੀ ਹੈ ਅਲਟਰਾਸਾਊਂਡ ਕਰਾਉਂਦੇ ਸੀ, ਕੁੜੀਆਂ ਪੈਦਾ ਹੋਣ ਤੇ ਕੁੱਖੋਂ ਹੀ ਮਾਰ ਦਿੰਦੇ ਸੀ। ਇਹ ਜਿਹੜਾ ਬਹੁਤ ਹੀ ਹੈ, ਲੇਕਿਨ ਇਹ ਨਹੀਂ ਉਹਨਾਂ ਨੂੰ ਪਤਾ ਅੱਜ ਜ਼ਮਾਨੇ ਦੇ ਵਿੱਚ ਜਿਹੜੀ ਕੁੜੀਆਂ ਨੇ ਉਹ ਮਾਪਿਆਂ ਦਾ ਸਾਥ ਦਿੰਦੀਆਂ, ਮੁੰਡੇ ਘੱਟ ਦਿੰਦੇ ਨੇ। ਜੀ 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 ਜੀ। ਸਾਹਿਲ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ ਜਾਂਦੇ ਤੁਹਾਡੇ ਕੋਲੋਂ ਅਸੀਂ ਲੈ ਲੈਂਦੇ ਹਾਂ। ਅਗਰ ਇਦਾਂ ਦੇ ਮਾਮਲੇ ਤੁਹਾਡੇ ਕੋਲ ਆਏ ਨੇ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਕਿ ਇੱਕ ਟੁੱਟਦਾ ਪਰਿਵਾਰ ਤੁਸੀਂ ਬਚਾਇਆ, ਉਹ ਕੀ ਮਾਮਲਾ ਸੀ? ਦੇਖੋ ਆਉਂਦੇ ਰਹਿੰਦੇ ਨੇ ਕਾਫੀ, ਠੀਕ ਹੈ, ਪਰ ਮੈਂ ਇਨਸਟੈਂਟ ਗੱਲ ਦੱਸਦਾ ਤੁਹਾਨੂੰ, ਜਿਹੜੀ ਲਾਸਟ ਫਿਊ ਡੇਜ਼ ਦੇ ਵਿੱਚ ਹੋਈ ਸੀਗੀ। ਤੇ ਉਹ ਪੇਸ਼ੈਂਟ ਨਵੀਂ ਸ਼ਾਦੀ ਹੋਈ ਸੀਗੀ, ਕੋਈ ਲਾਸਟ ਆਪਾਂ ਲੈ ਲਈਏ 2 ਮੰਥ ਪਹਿਲੇ। ਤੇ ਉਹ ਜਦੋਂ 4 ਡੇਜ਼ ਹੋਏ ਉਹਦੀ ਸ਼ਾਦੀ ਨੂੰ, ਉਹ ਮੇਰੇ ਕੋਲ ਆਏ ਸੀਗੇ ਤੇ ਕਹਿੰਦੇ ਮੈਂ ਤਾਂ ਯਾਰ ਬਿਲਕੁਲ ਹੀ ਕੰਮ ਮੇਰਾ ਡੈਡ ਹੈ, ਤੇ ਡਾਕਟਰ ਸਾਹਿਬ ਨਾਲ ਮੈਨੂੰ ਮੁਲਾਕਾਤ ਕਰਾਓ। ਤੇ ਡਾਕਟਰ ਸਾਹਿਬ ਥੋੜ੍ਹੀ ਲੇਟ ਆਏ ਸੀਗੇ। ਮੈਂ ਫਿਰ ਉਹਨਾਂ ਦੀ ਸਾਰੀ ਕਾਉਂਸਲਿੰਗ ਕੀਤੀ, ਹਕੀਕਤ ਲਿੱਤੀ ਉਹਨਾਂ ਦੀ, ਤੇ ਉਹਨਾਂ ਨੂੰ ਜਾਣਿਆ। ਉਹ ਠੀਕ ਹੈ, ਬਚਪਨ ਦੀ ਗਲਤੀਆਂ ਤੇ ਹੁੰਦੀਆਂ ਹੀ ਹੈ, ਹਰ ਕੋਈ ਇਨਸਾਨ ਕਰਦਾ ਹੈ, ਪਰ ਕੁਝ ਉਹਦੇ ਹਾਰਮੋਨਸ ਦੀ ਵੀ ਇਨਬੈਲੈਂਸ ਹੋਣ ਦੇ ਕਾਰਨ ਵੀ ਉਹਨੂੰ ਪ੍ਰੋਬਲਮ ਸੀ। ਫਿਰ ਡਾਕਟਰ ਸਾਹਿਬ ਨੇ ਦਵਾਈ ਦਿੱਤੀ 1 ਵੀਕ ਦੀ, ਤੇ ਉਹਨਾਂ ਨਾਲ ਫੋਨ ਆ ਗਿਆ ਡਾਕਟਰ ਸਾਹਿਬ ਨੂੰ 4-5 ਦਿਨ ਬਾਅਦ। ਮੈਨੂੰ ਹੀ ਆਇਆ, ਕਾਲ ਅਟੈਂਡ ਅਸੀਂ ਕਰਦੇ ਹਾਂ, ਤੇ ਬੜਾ ਉਹਨਾਂ ਨੇ ਬਲੈਸਿੰਗ ਦਿੱਤੀਆਂ। ਤੇ ਡਾਕਟਰ ਸਾਹਿਬ ਬਹੁਤ ਮੈਂ ਖੁਸ਼ ਹਾਂ, ਤੁਸੀਂ ਮੈਨੂੰ ਦਵਾਈ ਦਿੱਤੀ, ਮੇਰਾ ਬੜਾ ਵਧੀਆ, ਔਰ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਕਈ ਲੋਕੀ ਦਵਾਈਆਂ ਦਿੰਦੇ, ਅੱਖਾਂ ਭਾਰੀਆਂ ਹੁੰਦੀਆਂ, ਸਿਰ ਭਾਰਾ ਹੋ ਜਾਂਦਾ, ਚੱਕਰ ਆ ਜਾਂਦੇ ਆ, BP ਵੱਧ ਜਾਂਦਾ। ਸਾਡੀ ਦਵਾਈ ਤਾਂ ਕੁਛ ਇਸ ਤਰ੍ਹਾਂ ਦਾ ਨਹੀਂ ਹੈਗਾ, ਠੀਕ ਹੈ। ਔਰ ਉਹ ਬੜਾ ਹੈਪੀ ਗਿਆ। ਫਿਰ ਉਹਨੇ ਕਿਹਾ ਮਹੀਨੇ ਦੀ ਦਵਾਈ ਬਣਾ ਦਿਓ। ਉਹ ਜਦੋਂ ਮਹੀਨੇ ਦੀ ਦਵਾਈ ਤਿਆਰ ਕੀਤੀ, 15 ਦਿਨ ਖਾ ਕੇ ਅਗਲਾ ਮੇਰੇ ਕੋਲ ਬੜੀ ਖੁਸ਼ੀ ਨਾਲ ਆਇਆ ਵੈ, ਔਰ ਬਲੈਸਿੰਗ ਦੇ ਕੇ ਗਿਆ ਕਿ ਮੈਨੂੰ ਕਨਸੀਵ ਹੋ ਗਿਆ, ਮੈਨੂੰ ਬੇਬੀ ਕਨਸੀਵ ਹੋ ਗਿਆ। ਕਿ ਜਿਹੜਾ ਮੇਰੀ ਬਿਲਕੁਲ ਮੈਂ ਉਹੀ ਗੱਲ ਆਈ ਨਾ ਕਿ ਮੈਂ ਪਿੱਚ 'ਚ ਜਾਣ ਜੋਗਾ ਨਹੀਂ ਰਿਹਾ, ਹੁਣ ਤਾਂ ਮੈਂ ਸੈਂਚਰੀ ਵੀ ਮਾਰ ਆਇਆ। ਕਿ ਮੈਂ ਪਿੱਚ 'ਚ ਗਰਾਊਂਡ 'ਚ ਜਾਣ ਜੋਗਾ ਨਹੀਂ ਸੀਗਾ, ਹੁਣ ਤਾਂ ਮੈਂ ਸੈਂਚਰੀ ਵੀ ਮਾਰ ਆਇਆ। ਤੁਹਾਡਾ ਬਹੁਤ ਥੈਂਕ ਯੂ। ਮੈਂ ਕਿਹਾ ਮੇਰਾ ਥੈਂਕ ਯੂ ਨਹੀਂ, ਡਾਕਟਰ ਸਾਹਿਬ ਥੈਂਕ ਯੂ ਨਹੀਂ, ਪਹਿਲੇ ਉਸ ਪਰਮਾਤਮਾ ਦਾ ਥੈਂਕ ਯੂ, ਫਿਰ ਡਾਕਟਰ ਸਾਹਿਬ ਦਾ ਥੈਂਕ ਯੂ, ਫਿਰ ਮੇਰਾ ਥੈਂਕ ਯੂ, ਠੀਕ ਹੈ ਨਾ। ਔਰ ਬੜਾ ਹੀ ਖੁਸ਼ ਜਾਂਦੇ ਨੇ। 3-4 ਮਹੀਨੇ ਦਾ ਟਰੀਟਮੈਂਟ ਹੁੰਦਾ, ਜਿਨ੍ਹਾਂ ਦੇ ਸਪਰਮ ਕਾਊਂਟ ਘੱਟ ਹੁੰਦੇ ਨੇ ਉਹ ਬਿਲਕੁਲ ਆਪਣੇ ਪੈਰਾਮੀਟਰ ਦੇ ਨੋਰਮਲ ਰੇਂਜ 'ਚ ਆ ਜਾਂਦੇ ਨੇ, ਜਿੰਨਾ ਕਨਸੀਵ ਹੋ ਜਾਂਦਾ। ਐਸੀ ਕੋਈ ਗੱਲ ਨਹੀਂ ਕਿ ਘਬਰਾਉਣ ਦੀ। ਅੱਛਾ ਸਾਹਿਲ ਸਾਹਿਬ, ਜੇ ਤੁਹਾਨੂੰ ਮਿਲਣਾ ਹੋਵੇ, ਇੱਥੇ ਵੈਦ ਜੀ ਨੂੰ ਮਿਲਣਾ ਹੋਵੇ, ਕੀ ਐਡਰੈਸ ਹੈਗਾ ਅੰਮ੍ਰਿਤਸਰ ਦੇ ਵਿੱਚ? ਦੇਖੋ ਜੀ, 100 ਫੀਟ ਰੋਡ ਪੈਂਦਾ ਅੰਮ੍ਰਿਤਸਰ 'ਚ, ਠੀਕ ਹੈ। 100 ਫੁੱਟ ਰੋਡ, ਗੋਕੁਲ ਕਾ ਬਾਗ, ਅੰਮ੍ਰਿਤਸਰ, ਨੀਅਰ ਆਪਣਾ ਮਾਤਾ ਕੋਲਾ ਹਸਪੀਟਲ ਲਗਾ ਲਓ ਤੁਸੀਂ ਸਾਹਮਣੇ। ਇੱਥੇ ਮਿਲੋ। ਟਾਈਮਿੰਗ ਕੀ ਰਹਿੰਦੀ? ਟਾਈਮਿੰਗ 11 ਤੋਂ 6 ਵਜੇ ਤੱਕ, ਸਵੇਰੇ 11 ਵਜੇ 6 ਵਜੇ ਤੱਕ, ਸੰਡੇ ਆਫ ਹੁੰਦੇ ਜੀ। ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਸੁਰਿੰਦਰ ਜੀ ਤੇ MD ਸਾਹਿਲ ਆਯੁਰਵੇਦਾ ਦੇ ਮਿਸਟਰ ਸਾਹਿਲ, ਜਿਨ੍ਹਾਂ ਨੇ ਬੜੀਆਂ ਸਾਫ਼ ਤੇ ਸਪਸ਼ਟ ਗੱਲਾਂ ਅੱਜ ਕੀਤੀਆਂ ਨੇ। ਔਰ ਇੱਕ ਬਹੁਤ ਵੱਡਾ ਖੁਲਾਸਾ ਹੈ ਜਿਹੜਾ ਉਹ ਇਹਨਾਂ ਨੇ ਕੀਤਾ ਹੈ ਕਿ ਜੇਕਰ ਕਿਸੇ ਘਰ ਦੇ ਵਿੱਚ ਧੀਆਂ ਜਨਮ ਲੈਂਦੀਆਂ ਨੇ ਤਾਂ ਉਹਦੇ ਵਿੱਚ ਕਿਸੇ ਔਰਤ ਦਾ
ਕੋਈ ਹੱਥ ਨਹੀਂ ਹੁੰਦਾ। ਸਮਝਣ ਦੀ ਜ਼ਰੂਰਤ ਹੁੰਦੀ ਹੈ, ਇਲਾਜ ਕਰਨ ਦੀ ਜ਼ਰੂਰਤ ਹੁੰਦੀ ਹੈ, ਤੇ ਜੇਕਰ ਪਰਮਾਤਮਾ ਚਾਹੇ ਤਾਂ ਉੱਥੇ ਵੀ ਕਿਲਕਾਰੀਆਂ ਜਿਹੜੀਆਂ ਮਨਪਸੰਦ ਦੀਆਂ ਉਹ ਵੱਧ ਸਕਦੀਆਂ ਨੇ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਫਿਰ ਵੀ ਕਿਸੇ ਤੁਹਾਡਾ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਨੀਚੇ ਨੰਬਰ ਚੱਲ ਰਿਹਾ ਹੈ ਸਾਹਿਲ ਆਯੁਰਵੈਦਾ ਦਾ, ਤਾਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੈਦ ਸੁਰਿੰਦਰ ਜੀ ਹੋਰਾਂ ਨਾਲ ਕੰਸਲਟ ਕਰਕੇ ਆਪਣੀ ਮਨ ਦੀ ਜਗਿਆਸਾ ਹੈ ਜਿਹੜੀ ਉਹ ਸ਼ਾਂਤ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ जी जी। बहुत बहुत शुक्रिया। हाँ जी, आप फरूकी साहब हमें फ़ख्र है, आप एक फ़ख्र के घर आए, कभी हम घर को कभी आपको देखते हैं, आपका बहुत बहुत धन्यवाद। हाँ जी, उम्र दराज रहो। हाँ जी, इस तरह ही तुसी मिलते रहो, गिलते रहो। हाँ जी, खुशियाँ माणो। हाँ जी, तुहाड़ी रब बड़ी उम्र करे, असी इस तरह ही हसदे खेडते आपस में मिलते रहिए, गल्लां बातां करते रहिए, और अपने व्यूअर्स नूं सारिਆਂ ਨੂੰ ਸਬਸਕ੍ਰਾਈਬਰ ਨੂੰ ਹਾਂਜੀ ਉਹਨਾਂ ਨੂੰ ਅੱਛਾ ਗਿਆਨ, ਅੱਛੀਆਂ ਜਿਹੜੀਆਂ ਹੈਗੀਆਂ ਐਡਵਾਈਸ ਦਿੰਦੇ ਰਹੀਏ। ਤੁਸੀਂ ਵੀ ਸਾਡੇ ਨਾਲ ਹੋ, ਅਸੀਂ ਵੀ ਤੁਹਾਡੇ ਨਾਲ ਆ, ਅਸੀਂ ਵੀਵਰ ਦੇ ਵੈਲ ਵਿਸ਼ਰ। ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਚੰਗੀਆਂ ਜਾਣਕਾਰੀਆਂ, ਚੰਗੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਈਏ, ਤੇ ਸਾਫ਼ ਤੇ ਸਪਸ਼ਟ ਗੱਲ ਕਰਨ ਵਾਲੇ, ਸਾਫ਼ ਤੇ ਸਪਸ਼ਟ ਜਿਹੜਾ ਇਲਾਜ ਕਰਨ ਵਾਲੇ ਲੋਕਾਂ ਦੇ ਤੁਹਾਡੇ ਰੂਬਰੂ ਕਰਵਾਈਏ। ਸੋ ਜੇਕਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਸਾਹਿਲ ਆਯੁਰਵੈਦਾ ਦੇ ਨੰਬਰ ਜਿਹੜੇ ਚੱਲ ਰਹੇ ਨੇ ਹੇਠਾਂ, ਤੁਸੀਂ ਉਸ ਨੰਬਰ ਤੇ ਕਾਲ ਕਰਕੇ ਆਪਣੀ ਮਨ ਦੀ ਜਗਿਆਸਾ ਹੈ ਜਿਹੜੀ ਉਹ ਤੁਸੀਂ ਸ਼ਾਂਤ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ। ਧੰਨਵਾਦ।